ਪੁਕਾਰ ਟੀਵੀ ਦੇ ਦਰਸ਼ਕੋ, ਮੈਂ ਰਿਸ਼ਪਾਲ ਸਿੰਘ ਤੇ ਸਾਡੇ ਨਾਲ ਜੁੜ ਰਹੇ ਨੇ ਸਰਦਾਰ ਅਮਨਦੀਪ ਸਿੰਘ ਜੀ, ਜਿਹੜੇ ਉੱਘੇ ਪੱਤਰਕਾਰ ਨੇ ਕਸ਼ਮੀਰ ਤੋਂ, ਤੇ ਨਾਲ ਸਾਡੇ ਜੁੜ ਰਹੇ ਨੇ ਪ੍ਰੋਫੈਸਰ ਹਰਬੰਸ ਸਿੰਘ ਜੀ ਕਾਲਰਾ। ਤੇ ਸਾਡੇ ਅੱਜ ਗੱਲਬਾਤ ਦਾ ਵਿਸ਼ੇਸ਼ ਵਿਸ਼ਾ ਜੋ ਹੈ ਉਹ ਹੈ ਸਾਡੀ ਕਸ਼ਮੀਰ ਦੀ ਧਰਤੀ ਤੇ ਦੋ ਸਿੱਖ ਲੜਕੀਆਂ ਦੇ ਅਗਵਾ ਹੋਣ ਦੀ ਘਟਨਾ ਜਿਹੜੀ ਹੈ ਉਹ ਖਬਰਾਂ ਵਿੱਚ ਹੈ, ਮਸਲਾ ਭਖਿਆ ਹੋਇਆ ਹੈ। ਤੇ ਅਸੀਂ ਇਸ ਸਾਰੀ ਸਥਿਤੀ ਨੂੰ ਸਮਝਣਾ ਵੀ ਚਾਹੁੰਦੇ ਹਾਂ ਤੇ ਇਹਦੀ ਸਮੀਖਿਆ ਵੀ ਕਰਨੀ ਚਾਹੁੰਦੇ ਹਾਂ। ਸੋ ਮੈਂ ਪੁਕਾਰ ਟੀਵੀ ਵੱਲੋਂ ਸਰਦਾਰ ਅਮਨਦੀਪ ਸਿੰਘ ਜੀ ਤੇ ਪ੍ਰੋਫੈਸਰ ਹਰਬੰਸ ਸਿੰਘ ਜੀ ਤੁਹਾਡਾ ਸਵਾਗਤ ਕਰਦਾ ਹਾਂ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਨਦੀਪ ਸਿੰਘ ਜੀ, ਮੈਂ ਗੱਲ ਦੀ ਕਿਤੇ ਵੀ ਭੂਮਿਕਾ ਨਾ ਕੋਈ ਬੰਨਿਆ, ਸਿੱਧੀ ਤੁਹਾਨੂੰ ਇਹ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਇਹ ਜਿਹੜਾ ਦੋ ਲੜਕੀਆਂ ਦੇ ਅਗਵਾ ਕਰਨ ਦਾ ਮਸਲਾ ਹੈ, ਇਹ ਮਸਲਾ ਕੀ ਹੈ, ਇਹਦਾ ਪਿਛੋਕੜ ਕੀ ਹੈ? ਹਾਂਜੀ, ਤੇ ਦੋ ਕੁੜੀਆਂ ਸਾਡੇ ਕਸ਼ਮੀਰ ਦੇ ਜਿਹੜਾ ਮਸਲਾ ਭਖਿਆ ਹੋਇਆ ਅੱਜ ਕੱਲ ਸਾਰੇ ਨਿਊਜ਼ ਚੈਨਲਸ ਤੇ ਜਾਂ ਹੋਰ ਵੀ ਪ੍ਰਿੰਟ ਮੀਡੀਆ 'ਚ ਜਿੱਥੇ ਵੀ ਆ। ਸੋ ਟੋਟਲ ਜਿਹੜਾ ਮਸਲਾ ਸੀ ਇੱਕੋ ਹੀ ਕੁੜੀ ਦਾ ਸੀ, ਮਨਮੀਤ ਕੌਰ ਉਹਨਾਂ ਦਾ। ਤੇ ਗੱਲ ਸਾਰੀ ਵਾਇਰਲ ਉਦੋਂ ਹੋ ਗਈ ਜਦੋਂ ਮਨਮੀਤ ਕੌਰ ਉਹਨਾਂ ਨੂੰ ਉਹਨਾਂ ਦੀ ਹਾਈ ਕੋਰਟ ਦੇ ਜੱਜ ਨੇ ਉਹਨਾਂ ਦੇ ਪੇਰੈਂਟਸ ਨੂੰ ਅੰਦਰ ਹੀਅਰਿੰਗ ਦੇ ਦੌਰਾਨ ਉਹਨਾਂ ਨੂੰ ਅਲਾਓ ਨਹੀਂ ਕੀਤਾ। ਤੇ ਉਦੋਂ ਸਾਰੇ ਪ੍ਰੋਟੈਸਟ ਸਟਾਰਟ ਹੋ ਗਏ ਹਾਈ ਕੋਰਟ ਦੇ ਬਾਹਰ, ਉਦੋਂ ਗੱਲਾਂ ਵਾਇਰਲ ਹੋਣੀਆਂ ਸਟਾਰਟ ਹੋ ਗਈਆਂ। ਫਿਰ ਜਦੋਂ ਗੱਲਾਂ ਵਾਇਰਲ ਹੋਣੀਆਂ ਸਟਾਰਟ ਹੋ ਗਈਆਂ, ਆਪਣੇ DSGMC ਦੇ ਪ੍ਰਧਾਨ ਵੀ ਆ ਗਏ ਕਸ਼ਮੀਰ, ਤੇ ਉਦੋਂ ਪਤਾ ਲੱਗਿਆ, ਸੰਗਤ ਨੇ ਦੱਸਿਆ ਕਿ ਇੱਕ ਹੋਰ ਕੁੜੀ ਹੈ ਜਿਹਦੀ ਅਬਡਕਸ਼ਨ ਹੋਈ ਆ, ਤੇ ਸਰਦਾਰਨੀ ਦਲਮੀਤ ਕੌਰ ਹੈ ਜਿਨ੍ਹਾਂ ਦੀ ਅਬਡਕਸ਼ਨ ਹੋਈ ਹੈ, ਤੇ ਉਹ ਕੇਸ ਵੀ ਭਖਿਆ ਹੋਇਆ ਸੀ। ਤੇ ਮਨਮੀਤ ਕੌਰ ਉਹਨਾਂ ਦੇ ਕੇਸ ਨੂੰ ਫੋਲੋ ਕਰਦਿਆਂ ਹੁਣ ਅਸੀਂ ਕੱਲ ਮਨਮੀਤ ਕੌਰ ਉਹਨਾਂ ਨੂੰ ਰੈਸਕਿਊ ਕਰਵਾ ਕੇ ਉਹਨਾਂ ਦੀ ਫੈਮਿਲੀ ਨੂੰ ਹੈਂਡਓਵਰ ਕਰਵਾਤਾ ਗਿਆ ਹੈ। ਤੇ ਕੁੜੀ ਚੜ੍ਹਦੀ ਕਲਾ ਵਿੱਚ ਹੈ, ਕੁੜੀ ਦਾ ਥੋੜਾ ਜਿਹਾ ਡਿਸਟਰਬਡ ਹੈ। ਤੇ ਕੁੜੀ ਦਾ ਅੱਜ ਉਹਦੀ ਸਹਿਮਤੀ ਨਾਲ, ਪੂਰੀ ਸਹਿਮਤੀ ਨਾਲ ਸਾਰੇ ਪੰਥ ਨੇ, ਸਾਰੇ ਸਿੱਖ ਜਥੇਬੰਦੀਆਂ ਨੇ ਫੈਸਲਾ ਕਰਕੇ ਉਹਦਾ ਆਨੰਦ ਕਾਰਜ ਕਰਵਾਇਆ ਹੋਇਆ ਸਰਦਾਰ ਸੁਖਬੀਰ ਸਿੰਘ ਉਹਨਾਂ ਨਾਲ। ਕਿਉਂਕਿ ਬਹੁਤ ਸਾਰੇ ਫੈਕਟਰਸ ਇਨਵੋਲਵਡ ਨੇ ਇੱਥੇ, ਬਹੁਤ ਸਾਰੇ ਲੋਕੀ ਕੁਐਸਚਨ ਕਰਦੇ ਨੇ ਕਿ ਉਹਦਾ ਆਨੰਦ ਕਾਰਜ ਕਿਉਂ ਹੋ ਗਿਆ। ਉਹਦੇ ਬਹੁਤ ਸਾਰੇ ਫੈਕਟਰਸ ਇਨਵੋਲਵਡ ਨੇ ਜਿਹੜੇ ਸ਼ਾਇਦ ਅਸੀਂ ਹੁਣੇ ਲੇਟਰ ਗੱਲ ਕਰਾਂਗੇ ਇਸ ਵਿੱਚ। ਪਰ ਮੋਟੇ ਦੋ ਕੇਸਿਸ ਹੋਏ ਨੇ ਕਸ਼ਮੀਰ 'ਚ, ਕੇਸਿਸ ਹੋਰ ਵੀ ਨੇ, ਪਰ ਬਹੁਤ ਸਾਰੀ ਅਗਰ ਪੜਚੋਲ ਕਰਕੇ ਪਤਾ ਲੱਗਦਾ ਕਿ ਕਈ ਕੇਸਿਸ ਵਿੱਚ ਵਿਲਫੁਲ ਇਲੋਪਮੈਂਟ ਹੁੰਦੀ ਆ, ਕੰਸੈਂਟ ਹੁੰਦਾ ਕੁੜੀ ਦਾ। ਸੋ ਮੇਜਰਲੀ ਇਹ ਦੋ ਕੇਸਿਸ ਜਿਹੜੇ ਨੇ ਦਲਮੀਤ ਕੌਰ ਤੇ ਮਨਮੀਤ ਕੌਰ ਉਹਨਾਂ ਦਾ, ਇਹਨਾਂ ਵਿੱਚ ਡਿਸਕ੍ਰਿਮੀਨੇਸ਼ਨ ਹੋਈ ਹੈ, ਜੁਡੀਸ਼ੀਅਲ ਲੈਵਲ ਤੇ ਡਿਸਕ੍ਰਿਮੀਨੇਸ਼ਨ ਹੋਈ ਹੈ, ਪੁਲਿਸ ਵੱਲੋਂ ਡਿਸਕ੍ਰਿਮੀਨੇਸ਼ਨ ਹੋਈ ਹੈ, ਅਥਾਰਟੀਜ਼ ਵੱਲੋਂ। ਸੋ ਬੇਸਿਕਲੀ ਪ੍ਰੋਟੈਸਟ ਸਾਰੇ ਜਿਹੜੇ ਨੇ ਉਹ ਲੀਗਲ ਡਿਸਕ੍ਰਿਮੀਨੇਸ਼ਨ ਤੇ ਅਥਾਰਟੀਜ਼ ਦੀ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਉਸ ਦੇ ਕਰਕੇ ਹੈ, ਨਾ ਕਿ ਕਿਸੇ ਮਜ਼ਹਬ ਦੇ ਖਿਲਾਫ ਆ, ਨਾ ਹੀ ਕਿਸੇ ਕਮਿਊਨਿਟੀ ਦੇ ਖਿਲਾਫ ਹੈ। ਤੇ ਫਿਲਹਾਲ ਸਿਚੁਏਸ਼ਨ ਔਨ ਗਰਾਊਂਡ ਇਹ ਆ ਕਿ ਸਾਡੀ ਦਲਮੀਤ ਕੌਰ ਜਿਹੜੀ ਕੁੜੀ ਆ ਉਹਦੇ ਬਾਰੇ ਥੋੜੀ ਅਸੀਂ ਪ੍ਰੋਟੈਸਟ ਹੋਰ ਇੰਟੈਂਸੀਫਾਈ ਹੋਣਗੇ, ਉਹਦੀ ਹੀਅਰਿੰਗ ਦੇ ਬਾਰੇ 'ਚ ਗੱਲ ਹੋਏਗੀ ਤੇ ਹੋਰ ਲੀਗਲ ਪ੍ਰੋਸੀਡਿੰਗਸ ਹੋਣਗੀਆਂ। ਤੇ ਮਨਮੀਤ ਕੌਰ ਉਹਨਾਂ ਨੂੰ ਰੈਸਕਿਊ ਕਰਵਾਤਾ ਗਿਆ। ਡਾਕਟਰ ਅਮਨਦੀਪ ਸਿੰਘ ਜੀ, ਲੋਕਾਂ ਦੇ ਅੰਦਰ ਇਹ ਇੱਕ ਮਿਸਕਨਸੈਪਸ਼ਨ ਹੁੰਦੀ ਹੈ ਜਾਂ ਲੋਕਾਂ ਦੇ ਅੰਦਰ ਇਹ ਧਾਰਨਾ ਹੁੰਦੀ ਹੈ ਕਿ ਅਜਿਹੇ ਜਿਹੜੇ ਕੇਸ ਆ ਇਹਨਾਂ ਵਿੱਚ ਕਿਤੇ ਨਾ ਕਿਤੇ ਲੜਕੇ ਦਾ ਕੰਸੈਂਟ ਹੁੰਦਾ ਹੈਗਾ। ਤੁਸੀਂ ਇਸ ਕੇਸ ਵਿੱਚ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਮਨਮੀਤ ਕੌਰ ਉਹਨਾਂ ਦਾ ਕੇਸ ਹੈ, ਪਹਿਲੇ ਮੈਂ ਮਨਮੀਤ ਕੌਰ ਉਹਨਾਂ ਵਾਲੇ ਕੇਸ ਦੀ ਗੱਲ ਕਰਦਾ। ਕੁੜੀ ਜਿਹੜੀ ਹੈ, ਕੁੜੀ ਦੀ ਏਜ ਦੇ ਬਾਰੇ ਬਹੁਤ ਸਾਰੀ ਮਿਸਕਨਸੈਪਸ਼ਨ ਸੀ ਪਹਿਲਾਂ ਤੋਂ ਹੀ। ਅਕੋਰਡਿੰਗ ਟੂ ਫੈਮਿਲੀ ਉਹਦੀ ਏਜ 18+ ਹੀ ਸੀ, ਤੇ ਸਾਰਿਆਂ ਨੇ ਇਸ ਨੂੰ 18 ਹੀ ਕੋਟ ਕਰਕੇ ਲਿਖਿਆ ਹੋਇਆ ਸੀ। ਬਹੁਤ ਸਾਰੀ ਐਂਬੀਗਿਊਟੀ ਬਣੀ ਹੋਈ ਸੀ ਕਿਉਂਕਿ ਡਿਵੈਲਪਿੰਗ ਸਟੋਰੀ ਸੀ ਤੇ ਲੋਕਾਂ ਨੂੰ ਪਤਾ ਨਹੀਂ ਸੀ ਐਗਜ਼ੈਕਟ ਏਜ ਕੀ ਹੈ। ਤੇ ਕੰਸੈਂਟ ਦੀ ਜਦੋਂ ਤੱਕ ਗੱਲ ਇਸ ਕੇਸ ਵਿੱਚ, ਮਨਮੀਤ ਕੌਰ ਵਾਲੇ ਉਹਨਾਂ ਕੇਸ ਵਿੱਚ ਆਉਂਦੀ ਹੈ, ਤੇ ਇਸ ਵਿੱਚ ਕੰਸੈਂਟ ਹੈ ਹੀ ਨਹੀਂ। ਕਿਉਂਕਿ ਅਗਰ ਤੁਸੀਂ ਉਹਨਾਂ ਦੇ ਫਾਦਰ ਦੀ ਸਟੇਟਮੈਂਟ ਦੇਖਦੇ ਹੋ ਤੇ ਫਾਦਰ ਸਾਹਿਬ ਕਲੀਅਰਲੀ ਕਹਿ ਰਹੇ ਨੇ ਕਿ ਇੱਕ ਬੰਦਾ ਜਿਹੜਾ ਆਰਮਡ ਹੈ, ਉਹ STF 'ਚ ਕੰਮ ਕਰਦਾ ਹੈ, ਸਪੈਸ਼ਲ ਟਾਸਕ ਫੋਰਸ 'ਚ ਕੰਮ ਕਰਦਾ ਸੀ, 30 ਸਾਲਾਂ ਦਾ ਮੁੰਡਾ ਇੱਕ ਹੈ, ਉਹ ਨਕਾਬਪੋਸ਼ ਹੋ ਕੇ ਘਰੇ ਆਉਂਦਾ ਹੈ, ਪਿਛਲੇ ਪਾਸੋਂ ਕੁੜੀ ਨੂੰ ਲੈ ਕੇ ਭਜਾ ਕੇ ਲੈ ਜਾਂਦਾ ਹੈ, ਤੇ ਪਰਿਵਾਰ ਨੂੰ ਬਾਅਦ 'ਚੋਂ ਪਤਾ ਚੱਲਦਾ ਤੇ ਪਰਿਵਾਰ ਨੂੰ ਥ੍ਰੈਟਨ ਕੀਤਾ ਜਾਂਦਾ ਹੈ। ਸੋ ਇਟਸ ਅ ਕਲੀਅਰ ਕੇਸ ਆਫ ਅਬਡਕਸ਼ਨ ਜਿਸ ਵਿੱਚ ਕੰਸੈਂਟ ਨਹੀਂ ਸੀ ਕੁੜੀ ਦਾ। ਅਗਰ ਕੰਸੈਂਟ ਕੁੜੀ ਦਾ ਹੁੰਦਾ ਤਾਂ ਕੁੜੀ ਆਪਣੀ ਸਟੇਟਮੈਂਟਸ ਜਿਹੜੀ ਉਹ ਅੰਦਰ ਦੇ ਰਹੀ ਸੀ ਉਹ ਬਾਰ-ਬਾਰ ਨਹੀਂ ਬਦਲਦੀ। ਕੰਸੈਂਟ ਵਾਲੇ ਕੇਸ 'ਚ ਪਰਿਵਾਰ ਜਿਹੜਾ ਕੁੜੀ ਦਾ ਸੀ ਉਹਨੂੰ ਵੀ ਹਾਈ ਕੋਰਟ ਨੇ, ਜੱਜ ਨੇ ਅੰਦਰ ਅਲਾਓ ਕਰਨਾ ਸੀ, ਤੇ ਕੁੜੀ ਅਗਰ ਪਰਿਵਾਰ ਦੇ ਸਾਹਮਣੇ ਕਹਿ ਦਿੰਦੀ ਕਿ ਮੈਨੂੰ ਇਸ ਬੰਦੇ ਨਾਲ ਹੀ ਰਹਿਣਾ ਤੇ ਉਹ ਹੋਰ ਗੱਲ ਸੀ। ਪਰ ਉਹਨਾਂ ਨੇ ਜਿਹੜੀਆਂ ਵੀ ਸਟੇਟਮੈਂਟਾਂ ਅੰਦਰੋਂ ਰਿਕਾਰਡ ਕਰਵਾਈਆਂ ਨੇ, ਕਿਉਂਕਿ 3-4 ਕਿਸਮ ਦੀ ਸਟੇਟਮੈਂਟਾਂ ਬਾਹਰ ਆਈਆਂ ਨੇ। ਇੱਕ ਸਟੇਟਮੈਂਟ 'ਚ ਕੁੜੀ ਕਹਿੰਦੀ ਹੈ ਮੈਨੂੰ ਇਸ ਮੁੰਡੇ ਨਾਲ ਰਹਿਣਾ ਵਾ, ਦੂਜੀ ਸਟੇਟਮੈਂਟ 'ਚ ਕੁੜੀ ਕਹਿੰਦੀ ਹੈ ਮੈਂ ਸਫੋਕੇਟ ਹੋ ਰਹੀ ਹਾਂ, ਮੈਨੂੰ ਆਪਣੀ ਫੈਮਿਲੀ ਦੀ ਯਾਦ ਆ ਰਹੀ ਹੈ, ਮੈਨੂੰ ਉਹਨਾਂ ਕੋਲ ਜਾਣਾ। ਤੀਜੀ ਸਟੇਟਮੈਂਟ 'ਚ ਕੁੜੀ ਕਹਿੰਦੀ ਹੈ ਮੇਰੇ ਨਾਲ ਬਹੁਤ ਧੱਕਾ ਹੋਇਆ, ਮੇਰੇ ਨਾਲ ਬਹੁਤ ਮਾੜਾ ਹੋਇਆ। ਸੋ ਹੋਰ ਬੜੀ ਫੈਕਟਸ ਇਮਰਜ ਹੋ ਰਹੇ ਨੇ। ਕੁੜੀ ਦਾ ਕੋਈ ਮੈਡੀਕਲ ਟੈਸਟ ਨਹੀਂ ਕਰਵਾਇਆ ਗਿਆ ਉਦੋਂ ਜੱਜ ਕੋਲ ਪੇਸ਼ ਕਰਨ ਵੇਲੇ,
ਕਿ ਉਹਦੀ ਸਥਿਤੀ ਕੀ ਸੀ, ਉਹਦੀ ਮਾਨਸਿਕ ਸਥਿਤੀ ਕੀ ਹੈ, ਕੀ ਉਹਦੇ ਨਾਲ ਕੋਈ ਦੁਸ਼ਕਰਮ ਹੋਇਆ, ਕੀ ਹੋਇਆ ਉਹਦੇ ਨਾਲ, ਉਹਦੀ ਕੋਈ ਕਲੈਰਿਟੀ ਕਿਸੇ ਨੂੰ ਨਹੀਂ ਸੀ ਫਿਲਹਾਲ ਤੱਕ। ਸੋ ਇਹ ਸਾਰੇ ਕੇਸਿਸ ਜਿਹੜੇ ਨੇ ਕੰਸੈਂਟ ਵਾਲੇ ਕੇਸਿਸ ਵਿੱਚ ਇਦਾਂ ਨਹੀਂ ਹੁੰਦਾ, ਕਿਉਂਕਿ ਅਸੀਂ ਬਹੁਤ ਸਾਰੇ ਕੇਸਿਸ ਕੰਸੈਂਟ ਵਾਲੇ ਵੀ ਦੇਖੇ ਨੇ, ਕਸ਼ਮੀਰ 'ਚ ਹੀ ਦੇਖੇ ਨੇ, ਜਿਹੜੇ ਮੁੰਡਾ ਤੇ ਕੁੜੀ ਵਿਆਹ ਕਰ ਲੈਂਦੇ ਨੇ, ਪਰ ਕਿਸੇ ਵੀ ਕੰਸੈਂਟ ਵਾਲੇ ਕੇਸ ਵਿੱਚ ਫੋਰਸਬਲ ਕਨਵਰਜਨ ਨਹੀਂ ਹੁੰਦੀ ਹੈ। ਮੈਂ ਕਈ ਕੇਸਿਸ ਐਸੇ ਗਿਣਾ ਸਕਦਾ ਜਿਨ੍ਹਾਂ ਵਿੱਚ ਮੁੰਡਾ ਸਰਦਾਰ ਹੀ ਹੈ ਤੇ ਕੁੜੀ ਮੁਸਲਿਮ ਹੀ ਰਹਿੰਦੀ ਹੈ ਪੂਰੀ ਉਮਰ, ਤੇ ਕੁੜੀ ਜਾਂ ਤੇ ਮੁਸਲਿਮ ਰਹਿੰਦੀ ਹੈ ਜਾਂ ਸਰਦਾਰ ਮੁੰਡਾ ਹੈ, ਉਹ ਇੱਕ ਦੂਜੇ ਨੂੰ ਕਨਵਰਟ ਨਹੀਂ ਕਰਦੇ। ਪਰ ਮਨਮੀਤ ਕੌਰ ਉਹਨਾਂ ਵਾਲੇ ਕੇਸ ਵਿੱਚ ਇੱਕ ਹੋਰ ਡਿਵੈਲਪਮੈਂਟ, ਇੱਕ ਹੋਰ ਐਂਗਲ ਸੀ ਕਿ ਇਸ ਮੁੰਡੇ ਨੇ, ਜਿਹੜਾ 30 ਸਾਲ ਦਾ ਮੁੰਡਾ ਸੀ, ਇਸ ਨੇ ਕੁੜੀ ਨੂੰ ਚੁੱਕ ਕੇ ਕਿਸੇ ਹੋਰ ਬੰਦੇ ਦੇ ਘਰੇ ਰਖਵਾਤਾ ਸੀ ਜਿਹੜਾ 60 ਸਾਲਾਂ ਦਾ ਸੀ। ਉਹ ਇੱਕ ਹੋਰ ਕਨਫਿਊਜ਼ਨ ਬਣੀ ਹੋਈ ਸੀ ਕਿ ਕੁੜੀ 60 ਸਾਲਾ ਮੁੰਡੇ ਨੂੰ ਵਿਆਹੀ ਹੋਈ ਹੈ, ਪਰ ਚੱਕਰ ਇਹ ਹੋਇਆ ਸੀ ਕਿ ਇਸ ਨੇ ਇਹਨੂੰ ਬਚਾਉਣ ਵਾਸਤੇ, ਇਹਨੂੰ ਛੁਪਾ ਕੇ ਲੁਕਾ ਕੇ ਰੱਖਣ ਵਾਸਤੇ ਉਸ ਇੱਕ ਪਿੰਡ ਵਿੱਚ, ਜਿਹੜਾ ਪਿੰਡ ਸ੍ਰੀਨਗਰ ਤੋਂ 60-62 ਕਿਲੋਮੀਟਰ ਦੂਰ ਹੈ, ਉੱਥੇ ਜਾ ਕੇ ਲੁਕਾਇਆ ਹੋਇਆ ਸੀ। ਤੇ ਉੱਥੋਂ ਜਿਹੜੀ ਇਨਫੋਰਮੇਸ਼ਨ ਵੀ ਹੈ ਉਹ ਵੀ ਇੱਕ ਪੁਲਿਸ ਵਾਲੇ ਨੇ ਹੀ ਦਿੱਤੀ ਆ ਕਿ ਇਸ ਘਰ ਵਿੱਚ ਕੁੜੀ ਨੂੰ ਛੁਪਾ ਕੇ ਰੱਖਿਆ ਗਿਆ, ਤੇ ਉਦੋਂ ਬਾਅਦ ਕੇਸ ਸਾਰਾ ਡਿਵੈਲਪ ਹੋਣਾ ਸਟਾਰਟ ਹੋਇਆ। ਸੋ ਕੰਸੈਂਟ ਵਾਲੀ ਗੱਲ ਜਿਹੜੀ ਹੈ ਇਸ ਕੇਸ ਵਿੱਚ ਤੇ ਬਿਲਕੁਲ ਨਿਗੇਟ ਹੀ ਹੋ ਜਾਂਦੀ ਹੈ, ਕਿਉਂਕਿ ਕੱਲ ਸ਼ਾਮੀ ਆਪਣੇ ਸਰਨਾ ਸਾਹਿਬ ਉਹਨਾਂ ਨਾਲ ਕੁੜੀ ਨਾਲ ਵੀ ਗੱਲ ਕਰ ਰਹੇ ਸੀ, ਮਨਜਿੰਦਰ ਸਿੰਘ ਸਿਰਸਾ ਵੀ ਉਹਨਾਂ ਨਾਲ ਵੀ ਗੱਲ ਕਰ ਰਹੇ ਸੀ, ਤੇ ਉਸ ਵਿੱਚ ਇਹੀ ਸਾਬਿਤ ਆਇਆ, ਬਾਹਰ ਆਇਆ ਕਿ ਕੰਸੈਂਟ ਵਾਲੀ ਗੱਲ ਇਸ ਕੇਸ ਵਿੱਚ ਤੇ ਨਹੀਂ ਸੀ। ਤੇ ਹੁਣ ਅਗਰ ਅਸੀਂ ਗੱਲ ਕਰੀਏ ਦਰਮੀਤ ਕੌਰ ਉਹਨਾਂ ਵਾਲੇ ਕੇਸ ਵਿੱਚ, ਤਾਂ ਉਹ ਥੋੜਾ ਜਿਹਾ ਐਂਬੀਗੂਅਸ ਹੈ ਫਿਲਹਾਲ, ਕਿਉਂਕਿ ਕੁੜੀ ਨੇ ਕੱਲ ਇੱਕ ਸਟੇਟਮੈਂਟ ਦਿੱਤੀ ਹੈ ਸ਼ਾਮੀ, ਜਿਹੜੀ ਗੁਲਿਸਤਾਨ ਟੀਵੀ ਨੇ ਪਲੇ ਕੀਤੀ ਹੈ ਤੇ ਜਿਹਨੂੰ ਬਹੁਤ ਜ਼ਿਆਦਾ ਸਰਕੂਲੇਟ ਕੀਤਾ ਜਾ ਰਿਹਾ, ਜਿਸ ਵਿੱਚ ਕੁੜੀ ਕਹਿ ਰਹੀ ਹੈ ਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਹੋਇਆ 2012, 13, 14 ਦੇ ਇਸ ਇਹਨਾਂ ਡੇਟਾ, 3 ਡੇਟਾ ਉਹ ਕਹਿ ਰਹੀ ਹੈ 3 ਵੀਡੀਓਆਂ ਵਿੱਚ। ਸੋ ਇਹ ਜਿਹੜਾ ਕੇਸ ਹੈ ਇਹਦੀ ਹੋਰ ਪੁਸ਼ਟੀ ਹੋ ਰਹੀ ਹੈ, ਕਿਉਂਕਿ ਹੁਣ ਜਿਹੜਾ ਪਰਿਵਾਰ ਉਹ ਪਰਸੂ ਕਰ ਰਿਹਾ ਕੇਸ ਨੂੰ, ਤਾਂ ਉਹ ਕਹਿ ਰਿਹਾ, ਪਰਿਵਾਰ ਦਾ ਕਹਿਣਾ ਹੈ ਕਿ ਅਗਰ ਇਹੀ ਗੱਲ ਸੀ, ਇਹਦਾ ਵਿਆਹ ਹੋ ਗਿਆ ਸੀ, ਇਹ ਸਾਡੇ ਕੋਲ ਕੀ ਕਰ ਰਹੀ ਸੀ 6-7 ਸਾਲ, ਤੇ ਹੋਰ ਇਹਦੀ ਇੰਗੇਜਮੈਂਟ ਅਸੀਂ ਕਿਵੇਂ ਕਰਵਾ ਰਹੇ ਸੀ। ਤੇ ਇਹ ਉਹਦੇ ਬ੍ਰਦਰ ਨੂੰ ਦੱਸਿਆ ਗਿਆ ਕਿ ਕਸ਼ਮੀਰ ਦੇ ਜਿਹੜੇ ਇਨਫਲੂਐਂਸਡ ਪੋਲੀਟੀਸ਼ੀਅਨ ਨੇ, ਇਨਫਲੂਐਂਸਡ ਆਈਜੀ ਨੇ ਕਸ਼ਮੀਰ ਦੇ, ਮੁਨੀਰ ਖਾਨ ਵਗੈਰਾ ਉਹਨਾਂ ਦੇ, ਤੇ ਉਹਨਾਂ ਦੀ ਥ੍ਰੈਟਨਿੰਗ ਆਈ ਸੀ ਕਿ ਐਨਕਾਊਂਟਰ ਕਰਵਾ ਦਿੱਤਾ ਜਾਏਗਾ। ਸੋ ਲੋਟ ਆਫ ਥ੍ਰੈਟਨਿੰਗ। ਤੇ ਇਸ ਕੇਸ ਵਿੱਚ ਹੀ ਕੁੜੀ ਦੇ ਪੇਰੈਂਟਸ ਨੂੰ ਕੋਰਟ ਵਿੱਚ ਨਹੀਂ ਜਾਣ ਦਿੱਤਾ ਗਿਆ। ਮੁੰਸ਼ੀ ਸਾਹਿਬ ਨੂੰ ਕਾਲ ਕੀਤੀ ਸੀ ਬ੍ਰਦਰ ਨੇ, ਦਾ ਬ੍ਰਦਰ ਹੈ ਕ੍ਰਿਸ਼ਨਜੀਤ ਸਿੰਘ, ਦਲਮੀਤ ਕੌਰ ਉਹਨਾਂ ਦਾ ਕੁੜੀ ਸੈਕੰਡ ਕੇਸ ਵਾਲੇ ਦੀ ਗੱਲ ਕਰ ਰਹੇ, ਤਾਂ ਉਹਨਾਂ ਨੇ ਮੁੰਸ਼ੀ ਨੂੰ ਕਾਲ ਕਰਕੇ ਪੁੱਛਿਆ ਕਿ ਬਈ ਅੱਜ ਸਾਡੀ ਹੀਅਰਿੰਗ ਕਿੱਥੇ ਆਉਣਾ, ਕਿੰਨੇ ਵਜੇ ਆਉਣਾ, ਤੇ ਮੁੰਸ਼ੀ ਨੇ ਉਹਨੂੰ ਕਿਹਾ ਕਿ ਤੁਹਾਡਾ ਕੋਈ ਇਸ ਕੇਸ 'ਚ ਲੁੱਕ ਸਟੈਂਡ ਹੀ ਨਹੀਂ ਹੈ। ਸੋ ਇਦਾਂ ਦਾ ਮੁੰਸ਼ੀ ਦਾ ਬਿਹੇਵੀਅਰ ਸੀ। ਐਡਵੋਕੇਟ ਨੂੰ ਕਾਲ ਕੀਤਾ ਤੇ ਉਹਨੇ ਆਪਣੇ ਫੋਨ ਸਵਿਚ ਆਫ ਕਰਤੇ, ਉਹਨਾਂ ਨੇ ਕਿਤੇ ਕਾਲ ਰਿਸੀਵ ਨਹੀਂ ਕੀਤੀ। ਸੋ ਪਰਿਵਾਰ ਨੂੰ ਡੌਜ ਕੀਤਾ ਗਿਆ, ਕੁੜੀ ਦੇ ਪਰਿਵਾਰ ਨੂੰ ਡੌਜ ਕੀਤਾ ਗਿਆ, ਤੇ ਉਹਦਾ ਇਹ ਕਰਕੇ ਪੂਰਾ ਕੇਸ ਬਣਿਆ ਹੋਇਆ। ਹਾਈ ਕੋਰਟ ਤੋਂ ਉਹਨਾਂ ਨੇ ਉਹ ਕਰਵਾਤਾ ਹੈ। ਸੋ ਇਸ ਕੇਸ ਵਿੱਚ ਵੀ ਲੀਗਲ ਇੰਟਰਫੇਰੈਂਸ ਗਵਰਨਰ ਸਾਹਿਬ ਨੇ ਵੀ ਅਸ਼ੋਰ ਕੀਤੀ ਹੈ, ਡੀਜੀਪੀ ਨੇ ਵੀ ਅਸ਼ੋਰ ਕੀਤੀ ਹੈ, ਤੇ ਉਹਨਾਂ ਨੇ ਕਿਹਾ ਕਿ ਸਾਰੇ ਐਂਗਲ ਦੇਖ ਕੇ ਹੀ ਕਰ ਲਾਂਗੇ, ਤੇ ਹੋਮ ਮਿਨਿਸਟਰ ਵੀ ਫਿਲਹਾਲ ਤੇ ਇਨਵੋਲਵ ਹੋ ਹੀ ਗਏ ਨੇ। ਅਮਨਦੀਪ ਸਿੰਘ ਜੀ, ਕਸ਼ਮੀਰ ਤੋਂ ਸਾਡੇ ਨਾਲ ਹੈਰਾਨੀਜਨਕ ਜਿਹੜੇ ਇਨਕਸ਼ਾਫ ਸਾਡੇ ਨਾਲ ਸਾਂਝੇ ਕਰ ਰਹੇ ਨੇ। ਪ੍ਰੋਫੈਸਰ ਹਰਬੰਸ ਸਿੰਘ ਜੀ, ਤੁਸੀਂ ਧਾਰਮਿਕ ਤੇ ਰਾਜਨੀਤਿਕ ਖੇਤਰ ਵਿੱਚ ਇੱਕ ਸਮੀਖਿਆਕਾਰ ਹੋ, ਤੇ ਇਹ ਇੱਕ ਕਹਿ ਸਕਦੇ ਹਾਂ ਸੁਭਾਗ ਹੈ ਕਿ ਤੁਸੀਂ ਕਸ਼ਮੀਰ ਦੀ ਧਰਤੀ ਤੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਜਾ ਕੇ ਟ੍ਰੇਨਿੰਗ ਕੈਂਪ ਵੀ ਲਾਉਂਦੇ ਰਹੇ ਹੋ, ਤੇ ਅਮਨਦੀਪ ਸਿੰਘ ਨੇ ਹੁਣ ਜਿਹੜੀਆਂ ਗੱਲਾਂ ਦਾ ਪ੍ਰਗਟਾਵਾ ਕੀਤਾ ਹੈ, ਇਹਨਾਂ ਦੇ ਉੱਤੇ ਤੁਹਾਡੀ ਕੀ ਟਿੱਪਣੀ ਹੈ ਜੀ? ਹਰਬੰਸ ਸਿੰਘ ਜੀ। ਪਕਾਰ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਆਵਾਜ਼ ਆ ਰਹੀ ਜੀ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਅਮਨਦੀਪ ਸਿੰਘ ਉਹਨਾਂ ਨੇ ਖੁਲਾਸੇ ਕੀਤੇ ਆ, ਮੈਂ ਇਹਨਾਂ ਦੇ ਨਾਲ ਬਿਲਕੁਲ ਸਹਿਮਤ ਆ। ਉੱਥੇ ਜਿਹੜਾ ਪੂਰਾ ਸਿਸਟਮ ਆ, ਦੇਖੋ ਅਜੇ ਤੇ ਜਿਹੜਾ ਹੁਣ ਦਾ ਸਿਸਟਮ ਹੈ ਥੋੜਾ ਚੇਂਜ ਆ, ਅਜੇ ਸੈਂਟਰ ਗੌਰਮੈਂਟ ਦੀ ਜਾਂ ਇੰਡੀਅਨ ਗੌਰਮੈਂਟ ਦੀ ਇਨਵੋਲਵਮੈਂਟ ਹੁਣ ਜ਼ਿਆਦਾ ਆ। ਪਰ ਜਦੋਂ ਤੋਂ ਇਹ ਸਮੱਸਿਆ ਚੱਲ ਰਹੀ ਆ, ਉਦੋਂ ਸਿਰਫ ਲੋਕਲ ਐਡਮਿਨਿਸਟ੍ਰੇਸ਼ਨ ਹੀ ਸਭ ਕੁਝ ਹੁੰਦਾ ਸੀ। ਹੁਣ ਕਿਉਂਕਿ ਸਥਿਤੀਆਂ ਬਦਲ ਗਈਆਂ, ਅਸੀਂ ਸਾਰੇ ਜਾਣਦੇ ਹਾਂ, ਧਾਰਾ 370 ਦੇ ਹਟਣ ਤੋਂ ਬਾਅਦ ਤਾਂ ਇਹ ਕੇਸ ਜਿਹੜੇ ਲਾਈਮਲਾਈਟ 'ਚ ਆ ਸਕੇ ਆ। ਪਰ ਜਿਹੜੀ ਸਥਿਤੀ ਆ ਉੱਥੇ ਦੀ, ਉਹ ਬੜੀ, ਕਿਉਂਕਿ ਜਦੋਂ ਮੈਂ ਜਾਂਦਾ ਰਿਹਾ, ਆਮ ਤੌਰ ਤੇ ਉੱਥੇ ਦੀ ਸਿੱਖ ਬੱਸਾਂ ਦੀ ਇੱਕੋ ਇੱਕ ਪ੍ਰੋਬਲਮ ਹੁੰਦੀ ਸੀ ਕਿ ਵੀਰ ਜੀ ਇਸ ਵਿਸ਼ੇ ਨੂੰ ਜ਼ਰੂਰ ਛੂ ਕੇ ਜਾਇਓ, ਜਿਹੜਾ ਸਾਡੇ ਨਾਲ ਇਹ ਧੱਕਾ ਹੁੰਦਾ। ਜਾਂ ਇੱਕ ਦੋ ਵੀਰ ਤੇ ਇੱਥੇ ਕਹਿੰਦੇ ਸੀ ਕਿ ਅਸੀਂ ਸੋਚ ਰਹੇ ਕਿ ਜਿਵੇਂ ਪੰਡਿਤ ਛੱਡ ਕੇ ਚਲੇ ਗਏ, ਸਾਨੂੰ ਵੀ ਛੱਡ ਕੇ ਚਲੇ ਜਾਣਾ ਚਾਹੀਦਾ ਇਸ ਕਸ਼ਮੀਰ ਦੀ ਧਰਤੀ ਨੂੰ, ਕਿਉਂਕਿ ਇੱਥੇ ਸਾਡੀ ਕੋਈ ਪਾਇਆ ਰਹੀ ਨਹੀਂ ਹੁਣ। ਸੋ ਇਹ ਸਥਿਤੀ ਜਿਹੜੀ ਆ ਇਹ ਬੜੀ ਭਿਆਨਕ ਆ, ਔਰ ਇਸ ਸਥਿਤੀ ਨੂੰ ਸਿੱਖ ਜਗਤ ਨੂੰ ਐਵੇਂ ਕਿਵੇਂ ਨਹੀਂ ਲੈਣਾ ਚਾਹੀਦਾ। ਕਸ਼ਮੀਰ ਦਾ ਐਡਮਿਨਿਸਟ੍ਰੇਸ਼ਨ ਦੇ ਨਾਲ ਪੂਰੀ ਤਰ੍ਹਾਂ ਸਾਨੂੰ ਇਨਵੋਲਵ ਹੋ ਕੇ ਉਹਨਾਂ ਦੇ ਨਾਲ ਸਾਨੂੰ ਪਰਸੂ ਕਰਨਾ ਚਾਹੀਦਾ ਸਾਰੇ ਕੇਸ। ਇਹ 2 ਸਪੈਸੀਫਿਕ ਕੇਸ ਆ, ਪਰ ਇੱਦਾਂ ਦੇ ਬਹੁਤ ਸਾਰੇ ਕੇਸ, ਮੈਂ ਲਗਭਗ 15-20 ਸਾਲ ਤੋਂ ਕਸ਼ਮੀਰ ਜਾਂਦਾ ਰਿਹਾ, ਬਹੁਤ ਸਾਰੇ ਕੇਸ ਮੈਨੂੰ ਉੱਥੇ ਦੇ ਸਾਹਮਣੇ ਆਉਂਦੇ ਰਹੇ ਇਹਨਾਂ ਸਾਲਾਂ ਦੇ ਵਿੱਚ, ਜਿੱਥੇ ਗਰੂਮਿੰਗ ਕਰਕੇ, ਇਨਫਲੂਐਂਸ ਕਰਕੇ, ਥ੍ਰੈਟਨ ਕਰਕੇ ਜਿਹੜੇ ਆ ਲੜਕੀਆਂ ਦੇ ਇਸ ਤਰ੍ਹਾਂ ਲੈ ਕੇ ਜਾ ਕੇ ਉਹਨਾਂ ਨੂੰ ਨਿਕਾਹ ਕਰਕੇ ਉਹਨਾਂ ਦਾ ਧਰਮ ਪਰਿਵਰਤਨ ਜਿਹੜਾ ਆ ਉਹ ਕਰ ਲਿਆ ਜਾਂਦਾ ਆ।
ਔਰ ਉਸ ਤੋਂ ਬਾਅਦ ਇਹ ਵੀ ਖਬਰਾਂ ਮਿਲਦੀਆਂ ਰਹੀਆਂ, ਹਾਲਾਂਕਿ ਮੈਂ ਉਹਦੇ ਬਾਰੇ ਸ਼ੋਰ ਨਹੀਂ ਕਿ ਇਹਨਾਂ ਨੂੰ ਜਿਸ ਤਰ੍ਹਾਂ ਇਸ ਬੱਚੇ ਨੇ ਕੀਤਾ ਕਿ ਉਹਨੂੰ ਗਾਂ 55-60 ਸਾਲ ਦੇ ਬੰਦੇ ਦੇ ਘਰ ਛੱਡ ਦਿੱਤਾ, ਹੁਣ ਕੀ ਉੱਥੇ ਉਹ ਕੁੜੀ ਸੇਫ ਰਹੀ ਹੋਏਗੀ? ਜਦੋਂ ਜੇ 2-4 ਰਾਤਾਂ ਉੱਥੇ ਰਹੀ ਹੋਏਗੀ, ਕੀ ਉਹਦੀ ਸੇਫਟੀ ਰਹੀ ਹੋਏਗੀ ਕਿ ਨਾ? ਬਹੁਤ ਸਾਰੇ ਕੇਸਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਅੱਗੇ ਤੋਂ ਅੱਗੇ ਕੁੜੀ ਨੂੰ ਤੋਰ ਦਿੱਤਾ ਜਾਂਦਾ ਤੇ ਪੇਰੈਂਟਸ ਜਿਹੜੇ ਨੂੰ ਲੱਭ ਨਹੀਂ ਪਾਉਂਦੇ। ਸੋ ਸਥਿਤੀ ਜਿਹੜੀ ਆ ਇਹ ਸਾਡੇ ਲਈ, ਉਹਨਾਂ ਦੇ ਲਈ ਵੀ, ਸਾਡੇ ਲਈ ਵੀ ਬੜੀ ਸ਼ਰਮਨਾਕ ਆ। ਸਾਰੇ ਧਰਮ ਦਾ ਇਹਦੇ ਵਿੱਚ ਕੋਈ ਮਸਲਾ ਨਹੀਂ ਅਸੀਂ ਲੈ ਰਹੇ ਕਿ ਕੋਈ ਧਰਮ ਮਾੜਾ ਕੋਈ ਧਰਮ ਚੰਗਾ, ਪਰ ਇਹਨੂੰ ਕੇਸਿਸ ਨੂੰ ਇਸੇ ਤਰ੍ਹਾਂ ਲੈ ਕੇ ਸਾਨੂੰ ਇਹਨੂੰ ਪਰਸੂ ਜ਼ਰੂਰ ਕਰਨਾ ਚਾਹੀਦਾ ਸਾਡੇ ਸਿੱਖ ਕੌਮ ਦੇ ਲਈ, ਪੰਥ ਦੇ ਲਈ, ਜਿਹੜਾ ਦੂਸਰਿਆਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਂਦਾ ਰਿਹਾ। ਈਵਨ ਮੁਸਲਿਮ ਕੁੜੀਆਂ ਨੂੰ ਅਸੀਂ ਟਿਕਟਾਂ ਦੇ ਕੇ ਔਖੇ ਸਮਿਆਂ ਦੇ ਵਿੱਚ ਜਾ ਕੇ ਕਸ਼ਮੀਰ ਪਹੁੰਚਾਇਆ। ਜੇ ਸਾਡੀਆਂ ਧੀਆਂ ਦੇ ਨਾਲ ਇਸ ਤਰ੍ਹਾਂ ਹੋਏਗਾ ਤੇ ਫਿਰ ਇਹ ਸੰਬੰਧ ਜਿਹੜੇ ਆ ਇਹਨਾਂ ਦੇ ਵਿੱਚ ਵਿਗਾੜ ਆਏਗਾ ਤੇ ਕਿਸੇ ਵੀ ਕਮਿਊਨਿਟੀ ਲਈ ਚੰਗਾ ਨਹੀਂ ਹੋਏਗਾ। ਅਮਨਦੀਪ ਸਿੰਘ ਬਾਲੀ ਜੀ, ਜੋ ਸਰਦਾਰ ਹਰਬੰਸ ਸਿੰਘ ਜੀ ਸਾਡੇ ਨਾਲ ਆਪਣੀ ਵਿਚਾਰ ਦੀ ਸਾਂਝ ਕਰ ਰਹੇ, ਤੇ ਇਹਦੇ ਤੇ ਮੈਂ ਪੁੱਛਣਾ ਚਾਹੁੰਦਾ ਕਿ ਇਹਦੇ ਪਿੱਛੇ ਕਿਹੜੀ ਮਾਨਸਿਕਤਾ ਕੰਮ ਕਰ ਰਹੀ ਹੁੰਦੀ ਹੈ ਜਿਹੜਾ ਬੱਚੀਆਂ ਦੇ ਨਾਲ ਇਹ ਦੋ ਅਜਿਹੀਆਂ ਘਟਨਾਵਾਂ ਤੋਂ ਇਲਾਵਾ ਹੋਰ ਵੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ? ਇਹ ਕਿਹੜੀ ਮਾਨਸਿਕਤਾ ਜਿਹੜੀ ਉੱਥੇ ਕੰਮ ਕਰਦੀ ਹੈ, ਖਾਸ ਕਰਕੇ ਕਸ਼ਮੀਰ ਵਿੱਚ? ਅਮਨਦੀਪ ਸਿੰਘ ਜੀ ਦਾ ਮਾਈਕ ਆਫ ਹੈ। ਅਮਨਦੀਪ ਸਿੰਘ ਜੀ ਆਪਣਾ ਮਾਈਕ ਔਨ ਕਰੋ। ਹਾਂਜੀ ਹਾਂਜੀ, ਤੇ ਮੈਂ ਹਰਬੰਸ ਸਿੰਘ ਜੀ ਉਹਨਾਂ ਨਾਲ ਬਿਲਕੁਲ ਐਗਰੀ ਕਰਦਾ ਕਿ ਐਸੇ ਕੇਸਿਸ ਹੁੰਦੇ ਨੇ ਕਸ਼ਮੀਰ 'ਚ, ਤੇ ਇਹਨਾਂ ਦਾ ਜਿਹੜਾ ਨੰਬਰ ਹੈ ਉਹ 73+ ਕੇਸਿਸ ਨੇ ਟੋਟਲ ਜਿੰਨੇ ਅੱਜ ਤੱਕ ਹੋਏ ਨੇ। ਅਗਰ ਅਸੀਂ 2009 ਤੋਂ 2019 ਤੱਕ ਦਾ ਬ੍ਰੈਕਟ ਦੇਖ ਲੈਂਦੇ ਹਾਂ ਤੇ ਉਸ ਦੇ ਵਿੱਚ 73+ ਕੇਸਿਸ ਨੇ ਜਿੰਨੇ ਹੋਏ ਨੇ, ਤੇ ਉਹਨਾਂ 'ਚੋਂ ਅਗਰ ਅਸੀਂ 23 ਕੇਸਿਸ ਐਸੇ ਦੇਖ ਲੈਂਦੇ ਹਾਂ ਜਿਹੜੀਆਂ ਕੁੜੀਆਂ ਨੇ ਜਿਹੜੀ ਵਾਪਸ ਆਈਆਂ ਨੇ, ਤੇ ਉਹ ਵਾਪਸ ਉਦੋਂ ਆਈਆਂ ਨੇ ਉਹਨਾਂ ਦੀ ਬੱਚੇ ਵੀ ਹੋ ਗਏ ਨੇ, 2-2 3-3 ਬੱਚੇ ਲੈ ਕੇ ਉਹ ਆਈਆਂ ਨੇ, ਤੇ ਉਹਨਾਂ ਨੂੰ ਵਾਪਸ ਕਮਿਊਨਿਟੀ ਨੇ ਐਕਸੈਪਟ ਨਹੀਂ ਕੀਤਾ, ਆਪਣੀ ਸਿੱਖ ਕਮਿਊਨਿਟੀ ਨੇ ਉਹਨਾਂ ਨੂੰ ਵਾਪਸ ਐਕਸੈਪਟ ਨਹੀਂ ਕੀਤਾ। ਤੇ ਉਹਨਾਂ ਦੀ ਅੱਜ ਜਿਹੜੀ ਹਾਲਤ ਹੈ, ਉਹਨਾਂ ਨੂੰ NGOs ਹੀ ਮਹੀਨੇ ਦਾ ਰਾਸ਼ਨ ਦਿੰਦੀਆਂ ਨੇ, ਉਹਨਾਂ ਦੇ ਬੱਚੇ ਪੜ੍ਹਾਈ ਨਹੀਂ ਕਰ ਸਕਦੇ। ਸੋ ਇਦਾਂ ਦੀ ਹਾਲਤ ਹੋ ਜਾਂਦੀ ਹੈ ਕਿਉਂਕਿ ਦੂਜੇ ਤੀਜੇ ਹੋਰ ਵਿਆਹ ਕਰਵਾ ਲੈਂਦੇ ਨੇ, ਤੇ ਜਾਂ ਤਾਂ ਕੁੜੀ ਸਾਡੀਆਂ ਕੁੜੀਆਂ ਜਾਂ ਤੇ ਉਹਨਾਂ ਦੇ ਘਰੇ ਜਾ ਕੇ ਮੇਡ ਬਣ ਜਾਂਦੀਆਂ ਨੇ, ਜਾਂ ਤੇ ਦੂਜੀ ਤੀਜੀ ਵਾਈਫ ਬਣ ਜਾਂਦੀ ਹੈ। ਸੋ ਇਦਾਂ ਦੀ ਜਿਹੜੀ ਸਿਚੁਏਸ਼ਨਸ ਨੇ ਬਹੁਤ ਜ਼ਿਆਦਾ ਨੇ, ਤੇ ਬਹੁਤ ਹੀ ਐਸੇ ਘੱਟ ਕੇਸਿਸ ਨੇ ਜਿਨ੍ਹਾਂ ਕੇਸਿਸ ਵਿੱਚ ਕੁੜੀ ਖੁਸ਼ ਹੈ। ਮੇਰੇ ਖਿਆਲ 'ਚ ਅੰਡਰ 1% ਕੋਈ ਐਸਾ ਕੇਸ ਹੋਏਗਾ ਜਿਸ ਕੇਸ ਵਿੱਚ ਕੁੜੀ ਖੁਸ਼ ਹੈ, ਉਹ ਵੀ ਅਗਰ ਉਹ ਕਸ਼ਮੀਰ 'ਚੋਂ ਬਾਹਰ ਨਿਕਲ ਗਏ ਨੇ ਤੇ ਥੋੜੀ ਓਪਨ ਮਾਈਂਡਡ ਨੇ, ਲਿਬਰਲ ਮਾਈਂਡਸੈਟ ਵਾਲੇ ਨੇ, ਹੋਰ ਕਿਸੇ ਬੰਬੇ ਦਿੱਲੀ ਉਧਰ ਨਿਕਲ ਗਏ ਤਾਂ ਉਹ ਮੇਰੇ ਖਿਆਲ 'ਚ ਥੋੜੇ ਖੁਸ਼ ਰਹਿਣਗੇ। ਪਰ ਇੱਧਰ ਜੋ ਹਾਲ ਹੈ ਉਹ ਇਹੀ ਹੈ ਜੋ ਸਰਦਾਰ ਹਰਬੰਸ ਸਿੰਘ ਜੀ ਉਹ ਕਹਿ ਰਹੇ ਸੀ। ਤੇ ਅਗਰ ਅਸੀਂ ਮਾਨਸਿਕਤਾ ਦੀ ਗੱਲ ਕਰੀਏ ਤੇ ਇਸ ਦੇ ਪਿੱਛੇ ਇੱਕੋ ਹੀ ਮਾਨਸਿਕਤਾ ਹੋ ਸਕਦੀ ਹੈ ਕਿ ਕਨਵਰਜਨ ਨਾਲ ਹੀ ਧਰਮ ਫੈਲਾਇਆ ਜਾ ਸਕਦਾ, ਕਿਉਂਕਿ ਸਾਡਾ ਧਰਮ ਜਿਹੜਾ, ਅਸੀਂ ਫੋਰਸਡ ਕਨਵਰਜਨ ਤੇ ਕਦੇ ਬਿਲੀਵ ਨਹੀਂ ਕਰਦੇ। ਪਰ ਮੇਰੇ ਖਿਆਲ 'ਚ ਬਹੁਤ ਸਾਰੇ ਐਸੇ ਧਰਮ ਨੇ, ਉੱਪਰੋਂ ਤਾਂ ਉਹਨਾਂ ਦਾ ਕਹਿਣਾ ਹੈ ਕਿ ਫੋਰਸਡ ਕਨਵਰਜਨ ਜਿਹੜੀ ਆ ਉਹ ਗਲਤ ਆ, ਪਰ ਕੰਮ ਸਾਰੇ ਹੀ ਅਗਰ ਅਸੀਂ ਜਿੰਨਾ ਵੀ ਡੇਟਾ ਚੁੱਕ ਕੇ ਦੇਖ ਲਈਏ ਦੁਨੀਆ ਭਰ 'ਚ ਕਿਤੇ ਵੀ, ਚਾਹੇ ਉਹ ਸਾਡੇ ਵੀਰ ਭਰਾ ਅਫਗਾਨਿਸਤਾਨ 'ਚ ਹੋਣ ਜਾਂ ਪਾਕਿਸਤਾਨ 'ਚ ਹੋਣ, ਅਸੀਂ ਉੱਥੇ ਪਾਕਿਸਤਾਨ ਦੀ ਵੀ ਕੁੜੀਆਂ ਦੀ ਵੀ ਹਾਲਤ ਦੇਖੀ ਆ, ਚਾਹੇ ਉਹ ਹਿੰਦੂ ਕੁੜੀਆਂ ਦੀ ਹੋਵੇ ਜਾਂ ਸਿੱਖ ਕੁੜੀਆਂ ਦੀ ਹੋਵੇ। ਸੋ ਇਧਰ ਦੇ ਇਦਾਂ ਦੇ ਕੇਸਿਸ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਜ਼ਿਆਦਾ ਨੇ, ਰਿਵਰਸ ਕੇਸਿਸ ਅਸੀਂ ਕੋਈ ਦੇਖਣ 'ਚ ਨਹੀਂ ਆਏ ਕਦੇ ਕੋਈ ਇਹ ਕੇਸ ਸਾਹਮਣੇ ਨਹੀਂ ਆਇਆ ਕਿ ਸਰਦਾਰ ਮੁੰਡੇ ਕਿਸੇ ਦੀ ਕੁੜੀ ਭਜਾ ਕੇ ਲੈ ਗਏ ਨੇ, ਜਾਂ ਉਦੋਂ ਹੋਰ ਪ੍ਰੋਟੈਸਟ ਹੋ ਗਈ ਕਿਉਂਕਿ ਕੁੜੀ ਉਹ ਭਜਾ ਕੇ ਲੈ ਗਏ ਫੋਰਸਬਲੀ ਵਿਦਆਊਟ ਹਰ ਕੰਸੈਂਟ। ਸੋ ਇਹਦੇ ਪਿੱਛੇ ਮਾਨਸਿਕਤਾ ਆਈ ਆ ਜਿਹੜੀ ਮੈਜੋਰਟੀ ਕਮਿਊਨਿਟੀ ਨੂੰ ਕੰਡੈਮ ਵੀ ਕਰਨੀ ਚਾਹੀਦੀ ਆ। ਅਸੀਂ ਬੈਡ ਐਪਲਸ ਵੀ ਕਹਿ ਸਕਦੇ ਹਾਂ ਸੋਸਾਇਟੀ ਦੇ, ਬਟ ਮੈਂ ਜਨਰਲਾਈਜ਼ ਤਾਂ ਨਹੀਂ ਕਰਾਂਗਾ, ਬਟ ਮੋਰ ਔਰ ਲੈਸ ਇਹ ਥਾਟ ਪ੍ਰੋਸੈਸ ਜਿਹੜਾ ਹੈ ਇਹ ਤਾਂ ਹੈ ਹੀ ਕਿ ਕਨਵਰਟ ਕਰਨ ਵਾਸਤੇ ਇਹ ਤਰੀਕਾ ਤਾਂ ਹੈ ਹੀ ਇੱਕ ਚੰਗਾ ਕਿ ਕੁੜੀ ਨੂੰ ਵਿਆਹ ਦਿੱਤਾ ਜਾਵੇ, ਕਿ ਉਹਦੇ ਬਾਅਦ, ਕਿਉਂਕਿ ਸਾਡਾ ਜਿਹੜਾ ਲੀਗਲ ਸਿਸਟਮ ਵੀ ਆ ਉਹਦੇ ਵਿੱਚ ਲੂਪ ਹੋਲ ਹੀ ਇੰਨਾ ਵੱਡਾ ਹੀ ਆ ਕਿ ਕੁੜੀ ਜਿਹੜੀ ਹੈ, ਕੁੜੀ ਦੀ ਸਟੇਟਮੈਂਟ ਪ੍ਰਾਇਮਰੀ ਮੰਨੀ ਜਾਂਦੀ ਹੈ, ਤੇ ਕੁੜੀ ਦੀ ਸਟੇਟਮੈਂਟ ਤੋਂ ਉੱਪਰ ਹੈ ਹੀ ਨਹੀਂ ਕੁਝ। ਮੰਨ ਲਓ ਅਗਰ ਕੁੜੀ ਨੇ ਕਹਿਤਾ ਕੋਰਟ 'ਚ ਕਿ ਮੈਨੂੰ ਪਸੰਦ ਆ ਮੁੰਡਾ, ਮੈਂ ਮੁੰਡੇ ਨਾਲ ਹੀ ਰਹਿਣਾ, there is nothing that family can do, there is nothing that community can do, ਚਾਹੇ ਤੁਸੀਂ ਸਟਰੀਟ ਪਾਵਰ ਜਿੰਨਾ ਲਾ ਲਓ, ਜੋ ਮਰਜ਼ੀ ਜਿੰਨਾ ਜ਼ੋਰ ਲਾ ਲਓ, ਕਮਿਊਨਿਟੀ ਕੁਝ ਵੀ ਨਹੀਂ ਕਰ ਸਕਦੀ ਅਗਰ ਕੁੜੀ ਦੀ ਸਟੇਟਮੈਂਟ ਇਦਾਂ ਦੀ ਆ ਜਾਂਦੀ ਹੈ। ਤੇ ਇਹਨਾਂ ਕੇਸਿਸ ਵਿੱਚ ਕੁੜੀਆਂ ਜਿਹੜੀਆਂ ਅਕਸਰ 98% ਕੇਸਿਸ ਵਿੱਚ ਕੁੜੀਆਂ ਜਿਹੜੀਆਂ ਹੁੰਦੀਆਂ ਨੇ ਛੋਟੀਆਂ ਹੁੰਦੀਆਂ ਨੇ, ਜਾਂ ਤਾਂ ਵਲਨਰੇਬਲ ਹੁੰਦੀਆਂ ਨੇ, ਉਹ ਐਸੀਆਂ ਕੁੜੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਖਾਸ ਤੌਰ ਤੇ ਆਪਣੀ ਸਾਨੂੰ ਆਪਸ ਵਿੱਚ ਵੀ ਝਾਤੀ ਮਾਰਨ ਦੀ ਲੋੜ ਹੈ, ਉਹਨਾਂ ਦੀ ਖਾਸ ਸਿੱਖਿਆ ਨਹੀਂ ਹੁੰਦੀ ਹੈ, ਧਰਮ ਪ੍ਰਚਾਰ ਨਹੀਂ ਹੋਇਆ ਹੁੰਦਾ ਠੀਕ ਤਰ੍ਹਾਂ ਨਾਲ, ਤੇ ਉਹ ਬਾਹਰ ਜਾ ਕੇ ਸਿਕਿਉਰਿਟੀ ਲੱਭਦੀਆਂ ਨੇ। ਸੋ ਸਾਨੂੰ ਆਪਣੇ ਅੰਦਰ ਵੀ ਥੋੜੀ ਜਿਹੀ ਝਾਤੀ ਮਾਰਨ ਦੀ ਲੋੜ ਹੈ, ਬਟ ਔਨ ਅ ਬ੍ਰੌਡਰ ਸੈਂਸ ਇਹ ਕਨਸੈਪਟ ਤਾਂ ਹੈ ਹੀ ਕਿ ਕਨਵਰਜਨ ਇੱਕ ਈਜ਼ੀ ਤਰੀਕਾ ਤੇ ਲੀਗਲ ਸਿਸਟਮ ਦੇ ਲੂਪ ਹੋਲ ਨੂੰ ਵੀ ਐਕਸਪਲੋਇਟ ਕੀਤਾ ਜਾਂਦਾ ਇਹਨਾਂ ਕੇਸਿਸ ਵਿੱਚ। ਅਮਨਦੀਪ ਸਿੰਘ ਬਾਲੀ ਜੀ, ਤੁਸੀਂ ਬਹੁਤ ਹੀ ਸੰਖੇਪ ਸਮੇਂ ਵਿੱਚ ਸਾਰੀ ਜਿਹੜੀ ਮੌਜੂਦਾ ਸਥਿਤੀ ਹੈ
ਉਹ ਸਾਡੇ ਸਾਹਮਣੇ ਰੱਖੀ ਹੈ, ਸਮੀਖਿਆ ਕੀਤੀ ਹੈ, ਤੇ ਨਾਲ ਦੀ ਨਾਲ ਤੁਹਾਡਾ ਸੁਨੇਹਾ ਇਹ ਮਿਲ ਰਿਹਾ ਕਿ ਸਾਡੇ ਸਿੱਖ ਕੌਮ ਦੀ ਜਿਹੜੀ ਲੀਡਰਸ਼ਿਪ ਹੈ ਉਸ ਨੂੰ ਇਸ ਸਾਰੀ ਸਥਿਤੀ ਦਾ ਅਧਿਐਨ ਕਰਨਾ ਹੋਏਗਾ, ਇਹਦੇ ਉੱਪਰ ਕੰਮ ਕਰਨਾ ਹੋਏਗਾ। ਔਰ ਚੰਗੀ ਗੱਲ ਹੈ ਕਿ ਸਾਰੇ ਧਰਮਾਂ ਦੇ ਜਿਹੜੇ ਆਗੂ ਨੇ ਉਹ ਇਸ ਸਥਿਤੀ ਨੂੰ ਵਿਚਾਰਨ, ਤਾਂ ਕਿ ਇਹ ਧਰਮ ਪਰਿਵਰਤਨ ਵਾਲੀ ਜਿਹੜੀ ਸਥਿਤੀ ਹੈ ਉਹ ਨਹੀਂ ਬਣਨੀ ਚਾਹੀਦੀ। ਹਾਂ, ਉਹ ਕੁਝ ਕੇਸਿਸ ਜਿਹੜੇ ਹੋ ਸਕਦੇ ਹੁੰਦੇ ਨੇ ਜਿਹਦੇ ਵਿੱਚ ਰਾਜ਼ੀਨਾਮਾ ਹੋਵੇ ਜਾਂ ਆਪਸ ਵਿੱਚ ਸਮਝੌਤਾ ਹੋਵੇ ਜਾਂ ਜਿਵੇਂ ਆਪਾਂ ਕਹਿੰਦੇ ਕੰਸੈਂਟ ਹੋਵੇ, ਉਹ ਕੁਝ ਕੇਸਿਸ ਹੋ ਸਕਦੇ ਨੇ। ਲੇਕਿਨ ਇਹ ਜਿਹੜੀ ਇੱਕ ਪਿਰਤ ਪੈਣ ਵਾਲੀ ਜਿਹੜੀ ਗੱਲ ਹੈ, ਇਸ ਦੇ ਸੰਬੰਧ ਵਿੱਚ ਸਾਡੀ ਕੌਮ ਨੂੰ ਸਿਰ ਜੋੜ ਕੇ ਬੈਠ ਕੇ ਸਾਰੀ ਗੱਲ ਸੋਚਣੀ ਸਮਝਣੀ ਪਏਗੀ ਤੇ ਕੌਮਾਂਤਰੀ ਪੱਧਰ ਤੇ ਜਿਹੜੀ ਆ ਆਪਸ ਵਿੱਚ ਜਿਹੜੀ ਆ ਵਿਚਾਰ ਕਰਨੀ ਪਏਗੀ। ਅੱਜ ਦੇਸ਼ ਵਿਦੇਸ਼ ਵਿੱਚ ਕੌਮਾਂਤਰੀ ਪੱਧਰ ਤੇ ਇਹ ਸਾਰੀ ਜਿਹੜੀ ਘਟਨਾ ਵਾਪਰੀ ਹੈ ਉਹ ਤੇ ਸਾਰੇ ਲੋਕ ਚਿੰਤਤ ਨੇ। ਤੇ ਡਾਕਟਰ ਸਰਦਾਰ ਅਮਨਦੀਪ ਸਿੰਘ ਬਾਲੀ ਜੀ, ਤੁਸੀਂ ਬਹੁਤ ਸੰਖੇਪ ਸਮੇਂ 'ਚ ਸਾਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਾਰੀ ਸਥਿਤੀ ਸਾਡੇ ਸਾਹਮਣੇ ਰੱਖੀ ਹੈ। ਸੋ ਪੁਕਾਰ ਟੀਵੀ ਵੱਲੋਂ ਤੁਹਾਡਾ ਜੁੜਨ ਲਈ ਬਹੁਤ ਬਹੁਤ ਧੰਨਵਾਦ। ਪ੍ਰੋਫੈਸਰ ਹਰਬੰਸ ਸਿੰਘ ਜੀ ਕਾਲਰਾ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।